ਸੋ ਅੱਜ ਆਪਾਂ ਜਿਹੜਾ ਐਕਚੁਅਲੀ ਮੈਥਡ ਦੇ ਵਿੱਚ ਧਿਆਨ ਦੇਵਾਂਗੇ ਕਿ ਕਿਵੇਂ ਆਪਾਂ ਜਿਹੜਾ 1300 ਵਰਡ ਨੂੰ ਮੈਂ 300 ਵਰਡ ਦੇ ਵਿੱਚ ਲੈ ਕੇ ਜਾਣ ਵਾਸਤੇ ਕਿਹਾ ਸੀਗਾ ਐਂਡ ਕਿਵੇਂ ਆਪਾਂ ਡਿਟੇਲ ਦੇ ਵਿੱਚ ਇੱਕ ਇੱਕ ਵਰਡ ਹੈ ਜਿਹੜਾ ਉਹਨੂੰ ਮਾਰਕ ਕਰਕੇ ਚੱਲਣਾ ਐਂਡ ਉਹਨੂੰ ਇਨਕਲੂਡ ਕਰਕੇ ਚੱਲਣਾ। ਫੋਰ ਐਗਜ਼ਾਮਪਲ ਦਿਸ ਇਜ਼ ਦਾ ਫਸਟ ਲਾਈਨ। ਹੁਣ ਇਹਦੇ ਵਿੱਚ ਜਿਹੜੇ ਵਰਡ ਇੰਪੋਰਟੈਂਟ ਹੈ ਆਪਾਂ ਉਹਨਾਂ ਦੀ ਗੱਲ ਕਰਦੇ ਹਾਂ। ਪੈਸੇਜਿਸ ਅਬਾਊਟ ਓਡੋਨਾਟਾ। ਓਡੋਨਾਟਾ ਕੀ ਹੈ? ਇਨਸੈਕਟ ਹੈ ਜਿਹਦੇ ਵਿੱਚ ਡਰੈਗਨ ਫਲਾਈ ਐਂਡ ਡੈਮੀ ਫਲਾਈ ਆਉਂਦੇ ਆ। ਹੁਣ ਬੇਸਿਕਲੀ ਜਿਹੜੇ ਇਹ ਦੋ ਵਰਡਸ ਹੈ ਦੀਜ਼ ਆਰ ਪ੍ਰੋਪਰ ਨਾਊਨ, ਤਾਂ ਦੀਜ਼ ਆਰ ਇੰਪੋਰਟੈਂਟ ਟੂ ਅਸ। ਓਡੋਨਾਟਾ ਇਨਸੈਕਟ ਹੈ, ਡਰੈਗਨ ਫਲਾਈ ਡੈਮੀ ਫਲਾਈ ਆਉਂਦੇ ਆ। ਹਿਊਮਨ ਆਈ ਨੂੰ ਉਹਨਾਂ ਦਾ ਕਲਰ ਐਂਡ ਉਹਨਾਂ ਦੇ ਵਿੰਗਸ ਉਹਨਾਂ ਨੂੰ ਬਿਊਟੀਫੁਲ ਬਣਾਉਂਦੇ ਆ। ਨੈਚੁਰਲ ਵਰਡ ਦੇ ਵਿੱਚ ਹਾਊ ਅਦਰ ਕਨੈਕਟਰ। ਹੁਣ ਕਨੈਕਟਰ ਦਾ ਮਤਲਬ ਕੀ ਹੁੰਦਾ ਕਿ ਕਨੈਕਟਰ ਆਲਵੇਜ਼ ਜਿਹੜੀਆਂ ਪਹਿਲੀਆਂ ਲਾਈਨਸ ਹੈ ਨਾ ਉਹਨਾਂ ਦੇ ਮੀਨਿੰਗ ਨੂੰ ਚੇਂਜ ਕਰ ਦਿੰਦਾ। ਯੂਜ਼ਲੀ ਆਪਾਂ ਕਹਿੰਦੇ ਹਾਂ ਕਿ ਰੀਡਿੰਗ ਟ੍ਰਿਕੀ ਆ। ਟ੍ਰਿਕੀ ਕਿਉਂ ਬਣਦੀ ਆ ਕਿ ਕਨੈਕਟਰ ਲਾ ਕੇ ਜਿਹੜੀਆਂ ਪਹਿਲੀਆਂ ਲਾਈਨਸ ਆ ਉਹਨਾਂ ਦੇ ਮਤਲਬ ਨੂੰ ਚੇਂਜ ਕੀਤਾ ਹੁੰਦਾ। ਜਿਵੇਂ ਫੋਰ ਐਗਜ਼ਾਮਪਲ ਇੱਥੇ ਇਹਨਾਂ ਨੇ ਕਿਹਾ ਕਿ ਇਹ ਬਹੁਤ ਸੋਹਣੇ ਆ, ਦੇ ਆਰ ਹੈਵਿੰਗ ਸ਼ਾਈਨਿੰਗ ਕਲਰਸ ਐਂਡ ਵਿੰਗਸ ਹੈਗੇ ਆ ਅਤੇ ਬਿਊਟੀਫੁਲ ਆ, ਬਟ ਹਾਊ ਐਵਰ ਦੇ ਆਰ ਕੀ ਪ੍ਰੀਡੇਟਰਸ। ਹੁਣ ਪ੍ਰੀਡੇਟਰ ਮੀਨਸ ਸ਼ਿਕਾਰੀ, ਮਤਲਬ ਇਹ ਬੁਰੇ ਵੀ ਆ। ਤਾਂ ਇਹਨਾਂ ਨੂੰ ਇਹਨਾਂ ਦਾ ਨਾਮ ਕਿੱਥੋਂ ਮਿਲਿਆ? ਇਹਨਾਂ ਦੇ ਜੌਸ ਤੋਂ, ਜਿਹਦੇ ਨਾਲ ਇਹ ਆਪਦਾ ਸ਼ਿਕਾਰ ਕਰਦੇ ਆ। ਓਡੋਨਾਟਾ ਮੀਨਸ ਟੂ ਸਟਾਪ। ਹੁਣ ਜੇ ਮੈਂ ਇਕੱਲੇ ਮਾਰਕ ਕੀਤੇ ਵਰਡਸ ਨੂੰ ਪੜ੍ਹਦਾ ਤਾਂ ਐਮ ਆਈ ਏਬਲ ਟੂ ਅੰਡਰਸਟੈਂਡ ਦਾ ਹੋਲ ਪੈਸੇਜ। ਇਹਦੀ ਗੱਲ ਕਰੀਏ ਤਾਂ ਓਡੋਨਾਟਾ ਕੀ ਹੈ? ਇਨਸੈਕਟ ਹੈ। ਡਰੈਗਨ ਫਲਾਈ ਡੈਮੀ ਫਲਾਈ ਆਉਂਦੇ ਆ। ਹਿਊਮਨ ਆਈ ਨੂੰ ਉਹਨਾਂ ਦਾ ਕਲਰ ਐਂਡ ਉਹਨਾਂ ਦੇ ਵਿੰਗਸ ਉਹਨੂੰ ਬਿਊਟੀਫੁਲ ਬਣਾਉਂਦੇ ਆ। ਨੈਚੁਰਲ ਵਰਡ ਦੇ ਵਿੱਚ ਹਾਊਐਵਰ ਉਹ ਕੀ ਹੈ? ਪ੍ਰੀਡੇਟਰਸ ਆ। ਇਹਨਾਂ ਨੂੰ ਨਾਮ ਮਿਲਿਆ ਇਹਨਾਂ ਦੇ ਜੌਸ ਤੋਂ, ਜਿਹਦੇ ਨਾਲ ਇਹ ਆਪਦਾ ਸ਼ਿਕਾਰ ਕਰਦੇ ਆ। ਓਡੋਨਾਟਾ ਮੀਨਸ ਟੂ ਸਟਾਪ। ਤਾਂ ਜਿਹੜੇ ਮਾਰਕ ਕੀਤੇ ਵਰਡਸ ਹੈ ਜੇ ਮੈਂ ਸਿਰਫ ਉਹਨਾਂ ਨੂੰ ਹੀ ਪੜ੍ਹੂੰਗਾ then also I am able to understand the whole passage ਕਿ ਉਹਨੇ ਪੈਸੇਜ ਦੇ ਵਿੱਚ ਕੀ ਕੁਝ ਲਿਖਿਆ। ਐਂਡ ਬਿਲੀਵ ਮੀ, ਜੇ ਤੁਹਾਡੀ ਪੈਸੇਜ ਦੇ ਵਿੱਚ ਸਮਝ ਵੱਧ ਜਾਂਦੀ ਹੈ, ਤੁਸੀਂ ਸਮਝਣਾ ਵੱਧ ਕਰ ਦਿੰਦੇ ਹੋ, ਤਾਂ ਤੁਹਾਡੇ ਜਿਹੜੇ ਮਾਰਕਸ ਹੈ ਜਾਂ ਜਿਹੜੀ ਤੁਹਾਡੇ ਨੰਬਰ ਹੈ ਉਹ ਵਧਣ ਲੱਗ ਪੈਂਦੇ ਆ। ਨਾ ਉਹਨੂੰ ਕਹਿੰਦੇ ਕੁਐਸਚਨ। ਹੁਣ ਜੇ ਤਾਂ ਮੈਂ ਪਹਿਲਾਂ ਸਾਰੇ ਨੂੰ ਮਾਰਕ ਕਰਕੇ ਚੱਲੂੰਗਾ ਕਿ ਹਾਂ ਇਹ, ਉਦੋਂ ਬਾਅਦ 'ਚ ਜੇ ਮੈਂ ਕੁਐਸਚਨ ਨੂੰ ਚੈੱਕ ਕਰੂੰਗਾ ਤਾਂ ਜਿਹੜੀ ਮੇਰੀ ਟਾਈਮਿੰਗ ਹੈ ਬਹੁਤ ਜ਼ਿਆਦਾ ਲੱਗੂਗੀ। ਤਾਂ ਜੇ ਮੈਂ ਟਾਈਮਿੰਗ ਨੂੰ ਸਮਾਰਟਲੀ ਯੂਜ਼ ਕਰਨਾ ਤਾਂ ਮੈਂ ਕੀ ਕਰੂੰਗਾ? ਮੈਂ ਇੱਕ ਇੱਕ ਵਰਡ ਕੁਐਸਚਨ ਦਾ ਪਹਿਲਾਂ ਚੱਕ ਲੂੰਗਾ। ਲਾਈਕ ਜੌਜ਼ ਹੈ, ਜੌਜ਼ ਨੂੰ ਚੱਕ ਲਿਆ ਮੈਂ ਇੱਥੋਂ, ਵਿੰਗਸ ਨੂੰ ਚੱਕ ਲਿਆ, ਆਈਸ ਨੂੰ, ਬਿਕੋਜ਼ ਆਈ ਨੋ ਕਿ ਇਹਨਾਂ ਵਰਡਸ ਦੀ ਜਿੱਥੇ ਜਿੱਥੇ ਲੋਕੇਸ਼ਨ ਆਊਗੀ ਉੱਥੇ ਉੱਥੇ ਇੱਕ ਵਾਰੀ ਗੱਲ ਹੋਊਗੀ। ਫੀਲਡਸ ਚੱਕ ਲਿਆ, ਜਿੱਥੇ ਨੰਬਰ ਆ ਗਿਆ ਤਾਂ ਮੈਂ ਨੰਬਰ ਨੂੰ ਚੱਕ ਲਿਆ। ਤਾਂ ਜੌਜ਼ ਦੀ ਗੱਲ ਆਲਰੇਡੀ ਹੋ ਚੁੱਕੀ ਹੈ ਬਿਕੋਜ਼ ਮੈਂ ਉੱਥੇ ਮਾਰਕ ਕਰਕੇ ਆਇਆ। ਦੇ ਹੈਵ, ਹਾਂ ਕੁਐਸਚਨ ਕੀ ਹੈ ਕਿ ਇਹ ਫੈਕਟ ਡਰੈਗਨ ਫਲਾਈ ਬਾਰੇ ਹੈ, ਇਹ ਫੈਕਟ ਡੈਮੀ ਫਲਾਈ ਬਾਰੇ ਹੈ, ਇਹ ਫੈਕਟ ਦੋਨਾਂ ਬਾਰੇ ਹੈ। ਤਾਂ ਜੌਜ਼ ਦੀ ਗੱਲ ਹੋ ਚੁੱਕੀ ਹੈ। ਜੌਜ਼ ਦੇ ਹੈਵ ਡਰੈਗਨ ਫਲਾਈ ਐਂਡ ਡੈਮੀ ਫਲਾਈ, ਮਤਲਬ ਦੋਨਾਂ ਦੀ ਗੱਲ ਹੋ ਰਹੀ ਹੈ ਜਿਨ੍ਹਾਂ ਦੇ ਪਾਵਰਫੁਲ ਜੌਜ਼ ਆ। ਤਾਂ ਇੱਥੋਂ ਮੈਨੂੰ ਮੇਰੀ ਲੋਕੇਸ਼ਨ ਵੀ ਮਿਲ ਗਈ ਅਤੇ ਮੈਨੂੰ ਮੇਰਾ ਆਨਸਰ ਵੀ ਮਿਲ ਗਿਆ, ਦੈਟ ਇਜ਼ ਸੀ। ਹੁਣ ਜਿੱਥੇ ਵਿੰਗਸ ਆਊਗਾ ਉੱਥੇ ਮੇਰੀ ਲੋਕੇਸ਼ਨ ਹੋਏਗੀ। ਨਾਓ ਅੱਗੇ ਮਾਰਕਿੰਗ ਕਰਕੇ ਚੱਲਦੇ ਹਾਂ ਆਪਾਂ। ਇਹ ਦੋਵੇਂ ਚੀਜ਼ਾਂ ਕਨਫਿਊਜ਼ ਕਰਦੀਆਂ ਬਿਕੋਜ਼ ਕਨੈਕਟਰ ਲੱਗਿਆ, ਇਹ ਸਿਮਿਲਰ ਆ, ਰਾਈਟ। ਓਬਜ਼ਰਵੇਸ਼ਨ ਆਪਾਂ ਨੂੰ ਡਿਫਰੈਂਸ ਦੱਸਦੀ ਹੈ, ਮਤਲਬ ਪੂਰੀ ਲਾਈਨ ਦੇ ਵਿੱਚ ਆਪਾਂ ਇੱਕ ਦਾ ਜਾਂ ਦੋ ਵਰਡ ਉੱਦਾਂ ਦੇ ਚੱਕ ਰਹੇ ਹਾਂ, ਪਲੱਸ ਆਪਾਂ ਉਹਨੂੰ ਸਮਝ ਰਹੇ ਹਾਂ। ਜਦੋਂ ਆਪਾਂ ਮਾਰਕਿੰਗ ਕਰਾਂਗੇ ਤਾਂ ਆਪਾਂ ਬਹੁਤ ਜ਼ਿਆਦਾ ਡਿਟੇਲ ਦੇ ਵਿੱਚ ਪੜ੍ਹਾਂਗੇ। ਡਿਟੇਲ ਦੇ ਵਿੱਚ ਪੜ੍ਹਨ ਦੇ ਨਾਲ ਕੀ ਹੋਊਗਾ ਕਿ ਡਿਟੇਲ ਦੇ ਵਿੱਚ ਪੜ੍ਹਨ ਨਾਲ ਆਪਾਂ ਨੂੰ ਵੱਧ ਤੋਂ ਵੱਧ ਸਮਝ ਆਊਗਾ ਐਂਡ ਸਮਝ ਆਉਣ ਤੋਂ ਬਾਅਦ ਆਪਣਾ ਜਿਹੜਾ ਆਨਸਰ ਆ ਉਹ ਸਹੀ ਜਾਊਗਾ, ਰਾਈਟ। ਪਹਿਲਾ ਡਿਫਰੈਂਸ ਹੈ ਵੇ ਦੇ ਹੋਲਡ ਦੇਅਰ ਵਿੰਗਸ। ਹੁਣ ਵਿੰਗਸ ਦੇ ਉੱਤੇ ਕੁਐਸਚਨ ਸੀ, ਵਿੰਗਸ ਮੈਨੂੰ ਮਿਲ ਚੁੱਕਿਆ। ਇੱਥੇ ਆ ਕੇ ਮੈਂ ਆਪਦਾ ਕੁਐਸਚਨ ਰੀਡ ਕਰੂੰਗਾ। ਦੇ ਹੋਲਡ ਦੇਅਰ ਵਿੰਗਸ ਔਨ ਦੇਅਰ ਬੈਕ ਵਾਈਲ ਰੈਸਟਿੰਗ। ਤਾਂ ਬੈਕ ਤੇ ਕਿਹੜੇ ਕਰਦੇ ਆ? ਡਰੈਗਨ ਫਲਾਈ ਹੋਲਡ ਦੇਅਰ ਵਿੰਗਸ ਆਊਟ ਟੂ ਸਾਈਡ ਵਾਈਲ ਡੈਮੀ ਫਲਾਈ ਫੋਲਡ ਦੇਅਰ ਵਿੰਗਸ ਬੈਕ। ਹੁਣ ਮੈਨੂੰ ਆਨਸਰ ਮਿਲ ਚੁੱਕਿਆ ਕੀ ਹੈ? ਡੈਮੀ ਫਲਾਈ ਬੈਕ ਤੇ ਕਿਹੜੇ ਕਰਦੇ? ਡੈਮੀ ਫਲਾਈ। ਇਟ ਮੀਨਸ ਮੇਰਾ ਨੈਕਸਟ ਆਨਸਰ ਹੈ ਜਿਹੜਾ ਦੈਟ ਇਜ਼ ਗੋਇੰਗ ਟੂ ਬੀ ਬੀ। ਨੈਕਸਟ ਕੀ ਹੈ? ਆਈਜ਼। Dragonfly have very large eyes to cover entire face because they are so close to each other that they can touch. Eyes ਦੇ ਉੱਤੇ ਆਪਾਂ ਕੁਐਸਚਨ ਪੜ੍ਹਦੇ ਹਾਂ। They eyes have a gap between them. Gap ਕਿਹਨਾਂ ਦੀ ਆਈਜ਼ ਦੇ ਵਿੱਚ ਹੈ? Demi fly eyes are smaller and there is a space between them. Again ਆਪਣਾ ਆਨਸਰ ਕੀ ਬਣਿਆ? Demi fly। B ਆਪਾਂ ਅਗੇਨ ਇੱਥੇ ਲਾਤਾ। ਹੁਣ ਆਪਾਂ ਫੀਲਡਸ ਦੀ ਗੱਲ ਹੋ ਰਹੀ ਹੈ, right? Dragonfly are larger and stronger animal than demifly and fly longer distances. Thus, they can be found in woods and fields away from water. ਕਿਹੜੇ ਮਿਲਦੇ ਆ ਜੀ? ਡਰੈਗਨ ਫਲਾਈ ਮਿਲਦੇ ਆ, ਰਾਈਟ। ਡਰੈਗਨ ਫਲਾਈ ਮਿਲਦੇ ਆ ਤਾਂ ਮੇਰਾ ਆਨਸਰ ਕੀ ਬਣਿਆ ਇੱਥੇ?
ਡਰੈਗਨ ਫਲਾਈ A। ਤਾਂ ਇਸ ਤਰੀਕੇ ਨਾਲ ਜੇ ਮੈਂ ਆਪਦੇ ਕੁਐਸਚਨਸ ਨੂੰ ਅਟੈਂਪਟ ਕਰਦਾ ਤਾਂ ਜਿਵੇਂ ਜਿਵੇਂ ਮੈਂ ਨੈਕਸਟ ਪੈਸੇਜਸ ਦੇ ਵਿੱਚ ਚੱਲੀ ਜਾਊਂਗਾ ਉਵੇਂ ਉਵੇਂ ਜਿਹੜੇ ਮੇਰੇ ਪੈਸੇਜਸ ਹੈ ਜਾਂ ਜਿਹੜੇ ਮੇਰੇ ਕੁਐਸਚਨਸ ਆ ਉਹ ਮੈਨੂੰ ਮਿਲੀ ਜਾਣਗੇ। ਅੱਗੇ ਜਿਵੇਂ ਫੋਰ ਐਗਜ਼ਾਮਪਲ 19 ਇੱਥੇ ਪਿਆ, 75 ਇੱਥੇ ਪਿਆ। ਲਾਰਜੈਸਟ ਓਡੋਨਾਟਾ ਲਿਵਿੰਗ ਕਿਹੜਾ? ਇਹ ਵਾਲਾ ਡਰੈਗਨ ਫਲਾਈ ਐਂਡ ਇਹ ਡੈਮੀ ਫਲਾਈ ਹੈ। ਈਚ ਦੋਨਾਂ ਦਾ ਵਿੰਗ ਸਪੈਨ 19 ਸੈਂਟੀਮੀਟਰ, ਦੋਨਾਂ ਦੀ ਗੱਲ ਹੋ ਰਹੀ ਹੈ। ਇਟ ਮੀਨਸ ਦ ਲਾਰਜੈਸਟ ਸਪੀਸੀਜ਼ ਹੈ ਵਿੰਗ ਸਪੈਨ ਆਫ 19 ਸੈਂਟੀਮੀਟਰ। ਇਟ ਮੀਨਸ ਦੋਨਾਂ ਦੀ ਗੱਲ ਹੋ ਰਹੀ ਹੈ ਤਾਂ ਇਹ ਸੀ ਦੀ ਗੱਲ ਕਰ ਰਹੇ ਆ, ਰਾਈਟ। ਅੱਗੇ ਚੱਲਦੇ ਆ। ਸਮੋਲੈਸਟ ਇਹ ਵਾਲਾ ਡਰੈਗਨ ਫਲਾਈ ਹੈ। Okay, 20 fossils have been discovered to prove dragonfly have existence for okay the largest dragonfly fossil, largest dragonfly ਦਾ ਉਹ ਇਹਨਾਂ ਨੇ ਨਾਮ ਦਿੱਤਾ ਹੋਇਆ which lived 300 million। ਇਹਦਾ ਵਿੰਗ ਸਪੈਨ ਜਿਹੜਾ 75 ਸੈਂਟੀਮੀਟਰ ਹੈ। ਕਿਹੜਾ ਵਾ? ਡਰੈਗਨਫਲਾਈ ਆ, ਰਾਈਟ। ਤਾਂ ਇੱਥੋਂ ਮੈਨੂੰ ਮੇਰਾ ਆਨਸਰ ਹੈ ਜਿਹੜਾ ਇਹ ਮਿਲ ਗਿਆ। ਹੁਣ ਮੈਂ ਇੱਥੋਂ ਤੱਕ ਇਸ ਜਗ੍ਹਾ ਤੱਕ ਆਉਂਦੇ ਨੇ ਲਾਈਕ 2 ਪੈਰਾਗ੍ਰਾਫ ਪੜ੍ਹਦੇ ਨੇ ਆਪਦੇ 6 ਕੁਐਸਚਨਸ ਅਟੈਂਪਟ ਕਰਦੇ ਆ। ਇਸ ਤੋਂ ਬਾਅਦ ਆਪਾਂ ਇਹ ਵੀ ਕਰਾਂਗੇ ਕਿ ਜੇਕਰ ਕੋਈ ਲਾਸਟ 'ਤੇ ਕੁਐਸਚਨ ਪਿਆ, ਜੇ ਉਹਦੀ ਲੋਕੇਸ਼ਨ ਆਪਾਂ ਨੂੰ ਅੱਗੇ ਮਿਲਦੀ ਆ ਲਾਈਕ ਫਸਟ 'ਚ ਮਿਲਦੀ ਆ, ਆਪਾਂ ਉਹਨੂੰ ਕਿਵੇਂ ਅਟੈਂਪਟ ਕਰ ਸਕਦੇ ਆ, ਰਾਈਟ। ਇਹ ਇਸ ਤਰੀਕੇ ਨਾਲ ਆਪਾਂ ਕਰਦੇ ਇੱਥੋਂ ਤੱਕ ਆ ਗਏ। 6 ਕੁਐਸਚਨਾਂ ਦੇ ਆਪਾਂ ਮਿਲ ਗਏ ਆ। ਅੱਗੇ ਮੇਰੇ ਕੋਲ ਫਿਲਪਸ ਆ। ਫਿਲਪਸ ਕਿਹੜੇ ਆ ਕਿ ਮੈਂ ਆਈ ਨੀਡ ਟੂ ਪੁੱਟ ਐਨ ਆਪਸ਼ਨ। ਐਗਜ਼ ਨੂੰ ਮੈਂ ਮਾਰਕ ਕਰ ਲਿਆ, ਯੰਗ ਨੂੰ ਮਾਰਕ ਕਰ ਲਿਆ, ਇਹਨਾਂ ਨੂੰ ਮੈਂ ਇੱਧਰੋਂ ਧਿਆਨ ਰੱਖ ਕੇ ਚੱਲਣਾ ਵਾ। ਫਿਊ, ਰਾਈਟ। ਆਪਾਂ ਦੇਖਦੇ ਹਾਂ ਐਗਜ਼ ਦੀ ਗੱਲ ਕਿੱਥੇ ਹੋਈ ਆ। ਇਹ ਦੋਵੇਂ ਬੋਥ ਲੇ देयर ਐਗਜ਼ ਔਨ ਔਰ ਜਸਟ ਬਿਲੋ ਦ ਸਰਫੇਸ ਆਫ ਵਾਟਰ ਇਨ ਅ ਪੌਂਡ ਔਰ ਅ ਸਟਰੀਮ। ਮਤਲਬ ਐਗਜ਼ ਦੀ ਗੱਲ ਹੋ ਚੁੱਕੀ ਹੈ। ਦ ਐਗਜ਼ ਆਰ ਲੇਡ। ਹੁਣ ਮੈਂ ਇਨ ਦੀ ਏਅਰ ਨਹੀਂ, ਵਿਦ देयर ਲਿਪਸ ਨਹੀਂ, ਟੈਡਾਪੋਲਸ ਨਹੀਂ, ਨੀਅਰ ਦਾ ਵਾਟਰ ਸਰਫੇਸ। ਹੁਣ ਇੱਥੇ ਇਹਨਾਂ ਨੇ ਇੱਕ ਆਪਸ਼ਨ ਹੋਰ ਦਿੱਤੀ ਹੋਈ ਆ, ਐਟ ਦਾ ਬਾਟਮ ਆਫ ਪੌਂਡ, ਰਾਈਟ। ਇਹਨਾਂ ਦੋਵਾਂ ਆਪਸ਼ਨਸ ਦੇ ਵਿੱਚ ਆਪਾਂ ਨੂੰ ਕਨਫਿਊਜ਼ ਕੀਤਾ ਗਿਆ। ਬਟ ਬਾਟਮ ਆਫ ਦਾ ਪੌਂਡ ਵੁੱਡ ਬੀ ਦਾ ਬਾਟਮ, ਜਮਾਂ ਜਿਹੜਾ ਥੱਲੇ ਆ। ਬਟ ਉਹਨਾਂ ਨੇ ਇੱਥੇ ਕੀ ਕਿਹਾ? ਔਨ ਔਰ ਜਸਟ ਬਿਲੋ। ਜਸਟ ਬਿਲੋ ਮਤਲਬ ਜਮਾਂ ਉਹਦੇ ਸਰਫੇਸ ਦੇ ਨੇੜੇ। ਤਾਂ ਆਪਣਾ ਆਪਸ਼ਨ ਕੀ ਬਣੂਗਾ? ਨੀਅਰ ਦਾ ਵਾਟਰ ਸਰਫੇਸ। ਹੁਣ ਆਪਾਂ ਯੰਗ ਡਰੈਗਨ ਫਲਾਈ ਲੱਭਣੇ ਆ, right? Some species lay egg on stem of aquatic plant. Babies emerge from the eggs in form of nymphs. ਹੁਣ nymphs is going to be young dragonfly ਜਾਂ damifly ਨੂੰ ਕੀ ਕਿਹਾ ਜਾਂਦਾ? nymphs। ਆ ਮੇਰੇ ਕੋ F ਆਪਸ਼ਨ ਪਈ ਹੈ। live underwater for a few। ਹੁਣ ਮੈਂ ਇੱਥੇ ਮੈਨੂੰ ਪਤਾ ਲੱਗੂਗਾ ਕਿ few ਕਿਸੇ ਟਾਈਮ ਦੀ ਗੱਲ ਕਰ ਰਿਹਾ, ਕਿਉਂਕਿ ਪਾਣੀ ਦੇ ਅੰਦਰ ਕਿੰਨਾ ਚਿਰ ਰਹਿੰਦੇ ਆ, ਕਿਸ ਟਾਈਮ ਦੀ ਗੱਲ ਕਰਦਾ ਹੋਊਗਾ। They live underwater, breathing upon gills, preying upon other water insects, tadpoles, small fish, even other nymphs. They hunt by shedding in shadow at the bottom of pond or stream, waiting their prey to swim by. They have a special lip that they can extend forward in order to grab their prey when it comes close. Depending on species, they live this way for several months and even several years. ਤਾਂ ਮਤਲਬ ਮੇਰਾ ਆਨਸਰ ਬਹੁਤ ਜ਼ਿਆਦਾ ਅੱਗੇ ਜਾ ਕੇ ਆ। ਬਟ ਆ ਲਾਸਟ ਜਿਹੜੀ ਮੈਂ ਮਾਰਕਿੰਗ ਕਰਕੇ ਚੱਲ ਰਿਹਾ, ਇਟ ਮੀਨਸ ਮੈਂ ਸਮਝ ਕੇ ਚੱਲ ਰਿਹਾ ਜੇਕਰ ਕੋਈ ਆਨਸਰ ਉੱਪਰ ਵੀ ਆਉਂਦਾ ਤਾਂ ਵੀ ਆਈ ਐਮ ਏਬਲ ਟੂ ਅੰਡਰਸਟੈਂਡ ਕਿ ਮੇਰਾ ਆਨਸਰ ਕਿੱਥੇ ਪਿਆ ਹੋਊਗਾ। ਲਿਵ ਅੰਡਰ ਵਾਟਰ ਫॉर ਫਿਊ ਮੰਥਸ ਔਰ ਈਵਨ ਸੈਵਰਲ ਈਅਰਸ। ਮੰਥਸ ਐਂਡ ਈਅਰਸ ਦਾ ਆਨਸਰ ਮੇਰੇ ਕੋਲ ਇੱਥੇ ਪਿਆ ਐਚ। ਦੇ ਈਟ ਸਮੋਲ ਵਾਟਰ ਐਨੀਮਲਸ। ਹੁਣ ਇਹਨਾਂ ਨੇ ਇਹ ਗੱਲ ਕਰ ਚੁੱਕੇ ਆ ਕਿ ਈਟ ਸਮੋਲ ਵਾਟਰ ਐਨੀਮਲਸ ਕੈਚਿੰਗ ਦੇਅਰ ਫੂਡ। ਜੇ ਆਪਾਂ ਪਿਛਲੇ ਪੈਸੇ 'ਚ ਮਾਰਕਿੰਗ ਕਰਕੇ ਚੱਲੇ ਹੋਵਾਂਗੇ ਨਾ ਤਾਂ ਦੇ ਹੈਵ ਅ ਸਪੈਸ਼ਲ ਲਿਪ ਦੈਟ ਦੇ ਕੈਨ ਐਕਸਟੈਂਡ ਫॉरਵਰਡ ਇਨ ਆਰਡਰ ਟੂ ਗ੍ਰੈਬ ਦੇਅਰ ਪ੍ਰੇ। ਤਾਂ ਇੱਥੇ ਆਪਸ਼ਨ ਕੀ ਹੋਊਗੀ? ਕੈਚਿੰਗ ਦੇਅਰ ਫੂਡ ਵਿਦ ਦੇਅਰ ਲਿਪਸ, ਰਾਈਟ। ਤਾਂ ਇਸ ਤਰੀਕੇ ਨਾਲ ਜੇ ਮੈਂ ਇੱਕ ਇੱਕ ਕਰਕੇ ਚੱਲ ਰਿਹਾ ਤਾਂ ਮੈਂ ਆਪਦੇ ਕੁਐਸਚਨਸ ਨੂੰ, ਅਗਲੇ ਕੁਐਸਚਨਸ ਮੈਂ ਥੋੜ੍ਹੇ ਜਲਦੀ ਕਰੂੰਗਾ। ਦ ਅਡਲਟ ਲਿਵ ਓਨਲੀ ਫॉर ਫਿਊ। ਅਗੇਨ ਟਾਈਮ ਦੀ ਗੱਲ ਹੋਈ ਹੈ, ਅਡਲਟ ਦੀ ਗੱਲ ਕੀਤੀ ਆ। nymphs grow, finally it leaves water, shed its skins. The adult emerge ready to live next weeks or months, few weeks or months. ਤਾਂ weeks and months ਦਾ ਜਿਹੜਾ ਮੈਨੂੰ ਆਪਸ਼ਨ ਆ ਪਿਆ ਆਈ। ਹੁਣ ਦੇ ਆਰ ਸਕਿਲਫੁਲ, ਕਿਸ ਦੇ ਵਿੱਚ ਸਕਿਲਫੁਲ ਹੁੰਦੇ ਆ? ਐਂਡ ਕੈਚ ਦੇਅਰ ਪ੍ਰੇ। ਪ੍ਰੇ ਨੂੰ ਕਿੱਥੇ ਕੈਚ ਕਰਦੇ ਆ, ਇਹਦੀ ਗੱਲ ਕਰਦੇ ਆ। ਤਾਂ ਦ ਐਕਸੈਪਸ਼ਨਲ ਵਿਜ਼ੂਅਲ ਐਬਿਲਿਟੀਜ਼ ਐਂਡ ਫਲਾਈਂਗ ਸਕਿਲਸ। ਸਕਿਲਸ ਮੈਨੂੰ ਇੱਥੇ ਪਿਆ। ਇਟ ਮੀਨਸ ਦੇ ਆਰ ਸਕਿਲਫੁਲ ਦੇ ਵਿੱਚ ਕੀ ਆਊਗਾ? ਇਨ ਦੀ ਏਅਰ, ਟੈਡਾਪੋਲਸ, ਫਲਾਇਰਸ,
ਤਾਂ ਸਕਿੱਲਫੁਲ ਐਂਡ ਇੱਥੇ ਇਹਨਾਂ ਨੇ ਫਲਾਈਂਗ ਸਕਿੱਲਸ ਲੱਗੇ ਹੋਏ ਆ। ਤਾਂ ਦੇ ਆਰ ਸਕਿੱਲਫੁਲ ਫਲਾਇਰਸ ਐਂਡ ਕੈਚ ਦੇਅਰ ਪ੍ਰੇ ਆਫ ਡਰੈਗਨਫਲਾਈ ਡੈਮਫਲਾਈ ਮੇਕ them ਵੈਰੀ ਅਡੈਪਟ ਹੰਟਰ। ਤੇ ਸਪੈਸ਼ਲ ਆਈ ਦੀ ਗੱਲ ਕੀਤੀ ਆ ਉਹਨਾਂ ਨੇ, ਜਿਹੜਾ ਉਹਨਾਂ ਨੂੰ 360 ਵਿਜ਼ਨ ਦਿੰਦਾ। ਦੇ ਕੈਨ ਡਿਟੈਕਟ ਈਵਨ ਸਮੋਲੈਸਟ ਮੂਵਮੈਂਟ ਐਂਡ ਦੇ ਹੈਵ 2 sets of wing। ਦੇ ਕੈਨ ਮੂਵ ਮੈਨੂਵਰੇਬਿਲਿਟੀ ਇਨ ਦੀ ਏਅਰ। ਤਾਂ ਜੇ ਉਹ ਫਲਾਇਰਸ ਹੈ ਤਾਂ ਆਪਦਾ ਪ੍ਰੇ ਕਿੱਥੇ ਕੈਚ ਕਰਦੇ ਆ? ਮੈਨੂਵਰੇਬਿਲਿਟੀ ਦੀ ਗੱਲ ਕੀਤੀ ਆ ਉਹਨਾਂ ਨੇ, ਉਹ ਕਿੱਥੇ ਹੈਗੀ ਆ? ਇਨ ਦੀ ਏਅਰ। ਤਾਂ ਮੇਰਾ ਆਪਸ਼ਨ ਇਹ ਆਊਗਾ। ਤਾਂ ਸਟੂਡੈਂਟਸ ਇਸ ਤਰੀਕੇ ਨਾਲ ਜੇ ਆਪਾਂ ਮਾਰਕ ਕਰਕੇ ਚੱਲਦੇ ਆ ਇੱਕ ਇੱਕ ਵਰਡ ਨੂੰ, ਇੱਕ ਤਾਂ ਆਪਾਂ ਛੱਡ ਨਹੀਂ ਰਹੇ, ਇੱਕ ਉਹ ਵਰਡ ਨੂੰ ਆਪਾਂ ਛੱਡ ਸਕਦੇ ਹਾਂ ਜਿਹਦਾ ਆਪਾਂ ਨੂੰ ਮੀਨਿੰਗ ਨਹੀਂ ਪਤਾ। ਬਿਕੋਜ਼ ਇਹ ਹੈਡੇਕ ਬਣ ਜਾਂਦਾ ਕਿ ਜਿਹੜੇ ਵਰਡਸ, ਕੁਝ ਵਰਡ ਸਾਨੂੰ ਮੀਨਿੰਗ ਨਹੀਂ ਪਤਾ। ਤਾਂ ਜੇ ਆਪਾਂ ਵਰਡਸ ਦਾ ਮੀਨਿੰਗ ਵੀ ਛੱਡ ਦਿੰਦੇ ਆ ਪਰ ਆਪਾਂ ਨੂੰ ਲਾਈਨ ਦਾ ਮੀਨਿੰਗ ਪਤਾ, ਤਾਂ ਦੈਨ ਵਿਲ ਏਬਲ ਟੂ ਸਕੋਰ ਗੁੱਡ ਮਾਰਕਸ, ਰਾਈਟ। ਤਾਂ ਇਸ ਤਰੀਕੇ ਨਾਲ ਮੈਂ ਨੈਕਸਟ ਵੀ 2-3 ਅੱਗੇ ਪੈਸੇਜ ਕਰਕੇ ਪਾਊਂਗਾ। ਉਹਦੇ ਵਿੱਚ ਆਪਾਂ ਇਹ ਸਿੱਖਾਂਗੇ ਕਿ ਪੂਰੇ ਦੇ ਪੂਰੇ 13 ਦੇ 13 ਕੁਐਸਚਨਸ ਨੂੰ ਕਿਵੇਂ ਪਿਕ ਕਰਨਾ, ਕਿਵੇਂ ਉਹਨਾਂ ਦੀ ਲੋਕੇਸ਼ਨ ਲੱਭਣੀ ਹੈ ਐਂਡ ਕਿਵੇਂ ਫਾਈਨਲੀ ਆਪਾਂ ਆਪਦੀ ਐਕਿਊਰੇਸੀ ਨੂੰ ਹਾਈ ਰੱਖਣਾ। ਟਾਈਮਿੰਗ ਦੀ ਜੇ ਮੈਂ ਗੱਲ ਕਰਾਂ, ਜੇਕਰ ਮੈਂ ਪੈਸੇਜ ਨੂੰ ਇੱਕੋ ਵਾਰੀ ਪੜ੍ਹੂੰਗਾ ਤਾਂ ਮੈਂ 15 ਮਿੰਟਸ ਦੇ ਵਿੱਚ ਇਹ ਪੈਸੇਜ ਆਰਾਮ ਨਾਲ ਕਰ ਸਕਦਾ। 15 ਮਿੰਟਸ ਇਜ਼ ਮੋਰ ਦੈਨ ਸਫੀਸ਼ੀਐਂਟ ਟਾਈਮ ਫॉर ਮੀ, ਰਾਈਟ। ਨੈਕਸਟ ਵੀਡੀਓ ਦੇ ਵਿੱਚ ਇੱਕ ਹੋਰ ਪੈਸੇਜ ਕਰਾਂਗੇ, ਉਹਦੇ ਵਿੱਚ ਆਪਾਂ ਹੋਰ ਸਮਝਣ ਦੀ ਕੋਸ਼ਿਸ਼ ਕਰਾਂਗੇ। ਪਲੱਸ ਆਈ ਵਿਲ ਟੀਚ ਯੂ ਹਾਊ ਵਾਟ ਇਜ਼ ਦ ਡਿਫਰੈਂਸ ਬਿਟਵੀਨ ਟਰੂ, ਫਾਲਸ ਐਂਡ ਨਾਟ ਗਿਵਨ, ਤੇ ਉਸ ਨੂੰ ਆਪਾਂ ਕਿਵੇਂ ਅਟੈਂਪਟ ਕਰ ਸਕਦੇ ਹਾਂ। ਥੈਂਕ ਯੂ।